ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਬੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 10ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪੇਪਰ A ਦੇ ਪਾਠਕ੍ਰਮ ਵਿੱਚ ਸ਼ਾਮਿਲ ਸੂਫੀ ਕਾਵ ਦੇ ਕਵੀ ਸਾਈਂ ਬੁੱਲੇ ਸ਼ਾਹ ਦੀਆਂ ਕਾਫੀਆਂ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਸੂਫੀ ਕਾਵਧਾਰਾ ਕੀ ਹੈ। ਸੂਫੀ ਕਾਵਧਾਰਾ ਪੰਜਾਬੀ ਸਾਹਿਤ ਦੀ ਇੱਕ ਪ੍ਰਮੁੱਖ ਕਾਵਧਾਰਾ ਹੈ। ਇਹ ਕਾਵਧਾਰਾ ਪਿਛਲੇ ਮੁਗਲ ਕਾਲ ਵਿੱਚ ਬੁੱਲੇ ਸ਼ਾਹ ਦੀ ਕਵਿਤਾ ਨਾਲ ਆਪਣੇ ਸਿਖਰ ਉੱਤੇ ਪਹੁੰਚਦੀ ਹੈ। ਸਾਈਂ ਬੁੱਲੇ ਸ਼ਾਹ ਜੀ ਦਾ ਜਨਮ 1680 ਈਸਵੀ ਵਿੱਚ ਪਿੰਡ ਪਾਂਡੋਕੇ ਜ਼ਿਲ੍ਹਾ ਲਾਹੌਰ ਵਿਖੇ ਪਿਤਾ ਮੀਆਂ ਸੈयद ਮੁਹੰਮਦ ਦਰਵੇਸ਼ ਦੇ ਘਰ ਹੋਇਆ। ਆਪ ਜੀ ਦੇ ਪਿਤਾ ਜੀ ਇੱਕ ਧਾਰਮਿਕ ਅਧਿਆਪਕ ਸਨ। ਬੁੱਲੇ ਸ਼ਾਹ ਜੀ ਨੂੰ ਦਰਵੇਸ਼ੀ ਅਤੇ ਫਕੀਰੀ ਸੁਭਾਅ ਆਪਣੇ ਪਿਤਾ ਪਾਸੋਂ ਵਿਰਸੇ ਵਿੱਚੋਂ ਮਿਲਿਆ ਸੀ। ਬਚਪਨ ਵਿੱਚ ਬੁੱਲੇ ਸ਼ਾਹ ਨੇ ਘਰ ਦੇ ਸਾਰੇ ਕੰਮ ਕੀਤੇ, ਡੰਗਰ ਵੀ ਚਾਰੇ। ਮੁੱਢਲੀ ਵਿਦਿਆ ਪਿੰਡ ਦੇ ਮਦਰਸੇ ਵਿੱਚੋਂ ਹਾਸਲ ਕੀਤੀ ਅਤੇ ਫਿਰ ਉਚੇਰੀ ਵਿਦਿਆ ਪ੍ਰਾਪਤ ਕਰਨ ਲਈ ਉਹ ਕਸੂਰ ਵਿਖੇ ਹਜ਼ਰਤ ਗੁਲਾਮ ਮੁਰਤਜ਼ਾ ਕੋਲ ਪਹੁੰਚੇ। ਜਵਾਨੀ ਵਿੱਚ ਪੈਰ ਰੱਖਦਿਆਂ ਹੀ ਆਪ ਅੰਦਰ ਫਕੀਰੀ ਦਾ ਸ਼ੌਂਕ ਜਾਗ ਪਿਆ। ਆਪ ਗੁਰੂ ਦੀ ਭਾਲ ਕਰਦੇ ਕਰਦੇ ਲਾਹੌਰ ਪਹੁੰਚੇ, ਜਿੱਥੇ ਆਪ ਦਾ ਮੇਲ ਇਨਾਇਤ ਸ਼ਾਹ ਕਾਦਰੀ ਜੀ ਨਾਲ ਹੋਇਆ। ਇਨਾਇਤ ਸ਼ਾਹ ਜਾਤ ਦੇ ਅਰਾਈ ਸਨ ਅਤੇ ਬੁੱਲੇ ਸ਼ਾਹ ਜਾਤ ਦੇ ਸੈयद ਸਨ। ਬੁੱਲੇ ਸ਼ਾਹ ਦੇ ਸਾਕ ਸੰਬੰਧੀਆਂ ਨੇ ਉਸ ਦੇ ਨੀਵੀਂ ਜਾਤੀ ਦੇ ਵਿਅਕਤੀ ਨੂੰ ਗੁਰੂ ਧਾਰਨ ਤੇ ਬੁਰਾ ਮਨਾਇਆ, ਪਰ ਗੁਰੂ ਪ੍ਰੇਮ ਵਿੱਚ ਰੰਗੇ ਬੁੱਲੇ ਸ਼ਾਹ ਨੇ ਜਵਾਬ ਦਿੱਤਾ ਸੀ ਕਿ ਜੇ ਕੋਈ ਸਾਨੂੰ ਸੈयद ਆਖੇ ਦੋਜ਼ਖ ਮਿਲਣ ਸਜਾਈਆਂ। ਬੁੱਲੇ ਸ਼ਾਹ ਆਪਣੇ ਸੂਫੀ ਵਿਚਾਰਾਂ ਕਾਰਨ ਸ਼ਰ੍ਹਾ ਦੀ ਕੋਈ ਪਰਵਾਹ ਨਹੀਂ ਸੀ ਕਰਦੇ। ਅਜਿਹਾ ਕਰਨ ਤੇ ਮੁਰਸ਼ਦ ਇਨਾਇਤ ਸ਼ਾਹ ਨੇ ਬੁੱਲੇ ਸ਼ਾਹ ਨੂੰ ਆਪਣੇ ਡੇਰੇ ਦੇ ਵਿੱਚੋਂ ਬਾਹਰ ਕੱਢ ਦਿੱਤਾ ਸੀ। ਮੁਰਸ਼ਦ ਦੇ ਵਿਛੋੜੇ ਵਿੱਚ ਬੁੱਲੇ ਸ਼ਾਹ ਜੀ ਤੜਫ ਉੱਠੇ ਸਨ ਅਤੇ ਗਾਉਣ ਲੱਗੇ, ਮੈਂ ਤੈਂਡੇ ਕੁਰਬਾਨ ਵੇ ਵਿਹੜੇ ਆਵੜ ਮੇਰੇ, ਭਾਵੇਂ ਜਾਣ ਨਾ ਜਾਣ ਵੇ ਵਿਹੜੇ ਆਵੜ ਮੇਰੇ, ਤੇਰੇ ਜਿਹਾ ਮੈਨੂੰ ਹੋਰ ਨਾ ਕੋਈ, ਢੂੰਡੇ ਜੰਗਲ ਬੇਲੀ ਰੋਹੀ, ਢੂੰਡਿਆ ਮੈਂ ਸਾਰਾ ਜਹਾਨ ਵੇ ਵਿਹੜੇ ਆਵੜ ਮੇਰੇ। ਐਨੀ ਦਰਦ ਭਰੀ ਅਤੇ ਸੁਰੀਲੀ ਆਵਾਜ਼ ਸੁਣ ਕੇ ਮੁਰਸ਼ਦ ਇਨਾਇਤ ਸ਼ਾਹ ਰਹਿ ਨਾ ਸਕੇ ਅਤੇ ਉਹਨਾਂ ਨੇ ਬੁੱਲੇ ਸ਼ਾਹ ਨੂੰ ਮੁੜ ਆਪਣੇ ਗਲ ਨਾਲ ਲਾ ਲਿਆ। 1718 ਈਸਵੀ ਵਿੱਚ ਇਨਾਇਤ ਸ਼ਾਹ ਜੀ ਦੇ ਚਲਾਣੇ ਤੋਂ ਮਗਰੋਂ ਬੁੱਲੇ ਸ਼ਾਹ ਮੁਰਸ਼ਦ ਦੀ ਗੱਦੀ ਤੇ ਬਿਰਾਜਮਾਨ ਹੋਏ। 1758 ਈਸਵੀ ਵਿੱਚ ਆਪ ਜੀ ਦਾ ਦੇਹਾਂਤ ਹੋ ਗਿਆ। ਬੁੱਲੇ ਸ਼ਾਹ ਨੇ 156 ਕਾਫੀਆਂ, ਇੱਕ ਅਠਵਾਰਾ, ਇੱਕ ਬਾਰਾਂਮਾਹ, 3 ਛਿਹਰਫੀਆਂ, 48 ਦੋੜੇ ਅਤੇ 40 ਗੰਢਾਂ ਲਿਖੀਆਂ। ਆਪ ਜੀ ਦੀ ਕੁਝ ਰਚਨਾ ਅਣਛਪੀ ਵੀ ਹੈ। ਬੁੱਲੇ ਸ਼ਾਹ ਜੀ ਦੀ ਕਵਿਤਾ ਵਿੱਚ ਵਲਵਲਾ, ਰਾਗ, ਮਿਠਾਸ ਅਤੇ ਮਸਤੀ ਹੈ। ਹੁਣ ਅਸੀਂ 10ਵੀਂ ਜਮਾਤ ਦੇ ਪਾਠਕ੍ਰਮ ਵਿੱਚ ਸ਼ਾਮਿਲ ਸਾਈਂ ਬੁੱਲੇ ਸ਼ਾਹ ਦੀਆਂ ਰਚਨਾਵਾਂ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਰਚਨਾ ਨੂੰ ਪੜ੍ਹਾਂਗੇ, ਔਖੇ ਸ਼ਬਦਾਂ ਦੇ ਅਰਥ ਕਰਾਂਗੇ, ਕਾਵ ਸਤਰਾਂ ਦੀ ਵਿਆਖਿਆ ਕਰਾਂਗੇ ਅਤੇ ਕੇਂਦਰੀ ਭਾਵ ਵੀ ਕਰਾਂਗੇ। ਸਾਡੇ ਪਾਠਕ੍ਰਮ ਵਿੱਚ ਸ਼ਾਮਿਲ ਬੁੱਲੇ ਸ਼ਾਹ ਜੀ ਦੀ ਪਹਿਲੀ ਕਾਫੀ ਹੈ ਬੁੱਲਾ ਕੀ ਜਾਣਾ ਮੈਂ ਕੌਣ। ਇਸ ਕਾਫੀ ਵਿੱਚ ਬੁੱਲੇ ਸ਼ਾਹ ਜੀ ਆਪਣੀ ਆਤਮਾ ਦੀ ਅਸਲੀ ਅਤੇ ਅੰਦਰਲੀ ਮੈਂ ਨੂੰ
ਪਛਾਣਨ ਦੇ ਯਤਨ ਵਿੱਚ ਹੈ। ਉਹ ਅਨੁਭਵ ਕਰਦੇ ਹਨ ਕਿ ਉਸ ਦੀ ਮੈਂ ਧਾਰਮਿਕ ਰਹੁ ਰੀਤਾਂ, ਇਲਮ, ਸੰਸਾਰਿਕ ਰੰਗ ਤਮਾਸ਼ਿਆਂ ਅਤੇ ਹੋਰ ਸੰਸਾਰਿਕ ਕਾਰਗੁਜ਼ਾਰੀਆਂ ਵਿੱਚ ਕਿਤੇ ਵੀ ਨਹੀਂ, ਸਗੋਂ ਉਹ ਉਸ ਦੇ ਮਨ ਦੀ ਅੰਦਰਲੀ ਡੂੰਘਾਈ ਵਿੱਚ ਸਥਿਤ ਹੈ ਜੋ ਕੇਵਲ ਸ਼ੌ ਨੂੰ ਪਛਾਣਦੀ ਹੈ। ਬੁੱਲੇ ਸ਼ਾਹ ਜੀ ਕਹਿੰਦੇ ਹਨ, ਨਾ ਮੈਂ ਮੋਮਨ ਵਿੱਚ ਮਸੀਤਾਂ, ਨਾ ਮੈਂ ਕੁਫਰ ਈਮਾਨ ਦੀਆਂ ਰੀਤਾਂ, ਨਾ ਮੈਂ ਪਾਕਾਂ ਵਿੱਚ ਪਲੀਤਾਂ, ਨਾ ਮੈਂ ਮੂਸਾ ਨਾ ਫਿਰੌਨ, ਬੁੱਲਾ ਕੀ ਜਾਣਾ ਮੈਂ ਕੌਣ। ਮੋਮਨ ਸ਼ਬਦ ਦਾ ਅਰਥ ਹੈ ਮੁਸਲਮਾਨੀ ਸ਼ਰ੍ਹਾ ਦਾ ਪਾਬੰਦ ਜਾਂ ਮੁਸਲਮਾਨ। ਕੁਫਰ ਸ਼ਬਦ ਦਾ ਅਰਥ ਹੈ ਝੂਠ। ਪਾਕਾਂ ਸ਼ਬਦ ਦਾ ਅਰਥ ਹੈ ਪਵਿੱਤਰ ਲੋਕ। ਪਲੀਤਾ ਸ਼ਬਦ ਦਾ ਅਰਥ ਹੈ ਅਪਵਿੱਤਰ ਲੋਕ ਜਾਂ ਪਾਪੀ। ਮੂਸਾ ਦਾ ਅਰਥ ਹੈ ਯਹੂਦੀਆਂ ਦਾ ਧਰਮ ਗੁਰੂ ਜੋ ਹਜ਼ਰਤ ਈਸਾ ਤੋਂ 1200 ਵਰ੍ਹੇ ਪਹਿਲਾਂ ਹੋਇਆ। ਫਿਰੌਨ ਮਿਸਰ ਦਾ ਇੱਕ ਹੰਕਾਰੀ ਤੇ ਜ਼ਾਲਮ ਬਾਦਸ਼ਾਹ ਸੀ ਜਿਸ ਦਾ ਮਾਣ ਮੂਸਾ ਨੇ ਤੋੜਿਆ ਸੀ। ਬੁੱਲੇ ਸ਼ਾਹ ਜੀ ਆਖਦੇ ਹਨ ਕਿ ਨਾ ਮੇਰੀ ਮੈਂ ਮਸੀਤਾਂ ਵਿੱਚ ਰਹਿਣ ਵਾਲਾ ਮੁਸਲਮਾਨੀ ਸ਼ਰ੍ਹਾ ਦਾ ਪਾਬੰਦ ਮੋਮਨ ਹੋਣ ਵਿੱਚ ਹੈ ਅਤੇ ਨਾ ਹੀ ਧਰਮ ਦੀਆਂ ਝੂਠੀਆਂ ਰੀਤਾਂ ਵਿੱਚ ਵਿਸ਼ਵਾਸ ਰੱਖਣ ਵਿੱਚ ਹੈ। ਨਾ ਹੀ ਮੇਰੀ ਮੈਂ ਆਪਣੇ ਆਪ ਨੂੰ ਪਵਿੱਤਰ ਲੋਕਾਂ ਵਿੱਚ ਗਿਣਨ ਕਰਕੇ ਹੈ ਅਤੇ ਨਾ ਹੀ ਆਪਣੇ ਆਪ ਨੂੰ ਅਪਵਿੱਤਰ ਲੋਕਾਂ ਵਿੱਚ ਗਿਣਨ ਕਰਕੇ ਹੈ। ਨਾ ਮੇਰੀ ਮੈਂ ਮਿਸਰ ਦੇ ਬਾਦਸ਼ਾਹ ਫਰੌਨ ਵਾਂਗ ਹੰਕਾਰੀ ਹੋਣ ਵਿੱਚ ਹੈ ਅਤੇ ਨਾ ਹੀ ਫਿਰੌਨ ਦਾ ਮਾਣ ਤੋੜਨ ਵਾਲਾ ਮੂਸਾ ਹੋਣ ਵਿੱਚ ਹੈ। ਮੈਂ ਨਹੀਂ ਜਾਣਦਾ ਕਿ ਮੇਰੀ ਮੈਂ ਕੀ ਹੈ। ਨਾ ਮੈਂ ਅੰਦਰ ਵੇਦ ਕਿਤਾਬਾਂ, ਨਾ ਮੈਂ ਭੰਗਾਂ ਵਿੱਚ ਸ਼ਰਾਬਾਂ, ਨਾ ਵਿੱਚ ਰਿੱਧਾਂ ਮਸਤ ਖਰਾਬਾਂ, ਨਾ ਵਿੱਚ ਜਾਗਣ, ਨਾ ਵਿੱਚ ਸੌਣ, ਬੁੱਲਾ ਕੀ ਜਾਣਾ ਮੈਂ ਕੌਣ। ਵੇਦ ਸ਼ਬਦ ਦਾ ਅਰਥ ਹੈ ਹਿੰਦੂ ਧਰਮ ਦੇ 4 ਵੇਦ। ਕਿਤਾਬਾਂ ਸ਼ਬਦ ਦਾ ਅਰਥ ਹੈ ਇਸਲਾਮ ਦੇ ਧਰਮ ਗ੍ਰੰਥ। ਰਿੱਧਾਂ ਸ਼ਬਦ ਦਾ ਅਰਥ ਹੈ ਮਲੰਗਾਂ। ਮਸਤ ਖਰਾਬਾਂ ਦਾ ਅਰਥ ਹੈ ਸ਼ਰਾਬ ਦੇ ਨਸ਼ੇ ਵਿੱਚ ਬਦਮਸਤ। ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਨਾ ਮੇਰੀ ਮੈਂ ਵੇਦ ਪੜ੍ਹਨ ਵਾਲਿਆਂ ਵਿੱਚੋਂ ਹੋਣ ਕਰਕੇ ਹੈ ਅਤੇ ਨਾ ਹੀ ਕੁਰਾਨ ਪੜ੍ਹਨ ਵਾਲਿਆਂ ਵਿੱਚੋਂ ਹੋਣ ਕਰਕੇ ਹੈ। ਨਾ ਮੇਰੀ ਮੈਂ ਭੰਗ ਜਾਂ ਸ਼ਰਾਬ ਪੀਣ ਵਾਲਿਆਂ ਵਿੱਚੋਂ ਹੋਣ ਕਰਕੇ ਹੈ, ਨਾ ਮਲੰਗਾਂ ਵਿੱਚੋਂ ਹੋਣ ਕਰਕੇ ਹੈ ਅਤੇ ਨਾ ਹੀ ਨਸ਼ਾ ਪੀ ਕੇ ਬਦਮਸਤ ਹੋਣ ਵਾਲਿਆਂ ਵਿੱਚੋਂ ਹੈ। ਨਾ ਮੇਰੀ ਮੈਂ ਜਗਰਾਤੇ ਕੱਟਣ ਵਾਲਿਆਂ ਵਿੱਚੋਂ ਹੋਣ ਕਰਕੇ ਹੈ ਅਤੇ ਨਾ ਸੁੱਤੇ ਰਹਿਣ ਵਾਲਿਆਂ ਵਿੱਚੋਂ ਹੋਣ ਕਰਕੇ ਹੈ। ਮੈਂ ਨਹੀਂ ਜਾਣਦਾ ਕਿ ਮੇਰੀ ਮੈਂ ਕੀ ਹੈ। ਨਾ ਵਿੱਚ ਸ਼ਾਦੀ, ਨਾ ਗਮਨਾਕੀ, ਨਾ ਮੈਂ ਵਿੱਚ ਪਲੀਤੀ ਪਾਕੀ, ਨਾ ਮੈਂ ਆਬੀ, ਨਾ ਮੈਂ ਖਾਕੀ, ਨਾ ਮੈਂ ਆਤਸ਼, ਨਾ ਮੈਂ ਪੌਣ, ਬੁੱਲਾ ਕੀ ਜਾਣਾ ਮੈਂ ਕੌਣ। ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਨਾ ਤਾਂ ਮੇਰੀ ਮੈਂ ਖੁਸ਼ੀਆਂ ਮਾਣਨ ਵਾਲਿਆਂ ਵਿੱਚ ਹੈ ਅਤੇ ਨਾ ਹੀ ਗਮਗੀਨ ਰਹਿਣ ਵਾਲਿਆਂ ਵਿੱਚ ਹੈ। ਨਾ ਮੇਰੀ ਮੈਂ ਪਵਿੱਤਰ ਲੋਕਾਂ ਵਿੱਚ ਹੈ ਅਤੇ ਨਾ ਹੀ ਅਪਵਿੱਤਰ ਲੋਕਾਂ ਵਿੱਚ ਹੈ। ਨਾ ਮੇਰੀ ਮੈਂ ਪਾਣੀ ਦਾ ਬਣਿਆ ਹੋਇਆ ਹੋਣ ਵਿੱਚ ਹੈ ਅਤੇ ਨਾ ਹੀ ਮਿੱਟੀ ਦਾ ਬਣਿਆ ਹੋਣ ਵਿੱਚ ਹੈ। ਨਾ ਮੇਰੀ ਮੈਂ ਅੱਗ ਦਾ ਬਣਿਆ ਹੋਣ ਵਿੱਚ ਹੈ ਅਤੇ ਨਾ ਹੀ ਹਵਾ ਦਾ ਬਣਿਆ ਹੋਣ ਵਿੱਚ ਹੈ। ਇਸ ਤਰ੍ਹਾਂ ਮੈਂ ਨਹੀਂ ਜਾਣਦਾ ਕਿ ਮੇਰੀ ਮੈਂ
की है। ना मैं अरबी ना लाहौरी, ना मैं हिंदी शहर नगौरी, ना मैं हिंदू तुर्क पशौरी, ना मैं रहिंदा विच नदौन, बुला की जाना मैं कौन। शहर नगौरी ਦਾ अर्थ है नगौर शहर ਦਾ वासी, ਜਿਵੇਂ पंजाब ਦਾ ਰਹਿਣ वाला पंजाबी, ਉਸੇ ਤਰ੍ਹਾਂ नगौर शहर ਦਾ वासी नगौरी। नदौन ਜ਼ਿਲ੍ਹਾ ਕਾਂਗੜਾ ਦਾ ਇੱਕ ਸ਼ਹਿਰ ਹੈ ਜਿੱਥੇ ਸੂਫੀਆਂ ਦਾ ਪ੍ਰਸਿੱਧ ਤਕੀਆ ਹੈ। ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਨਾ ਮੇਰੀ ਮੈਂ ਅਰਬ ਦਾ ਰਹਿਣ ਵਾਲਾ ਹੋਣ ਵਿੱਚ ਹੈ ਅਤੇ ਨਾ ਮੇਰੀ ਮੈਂ ਲਾਹੌਰ ਦਾ ਰਹਿਣ ਵਾਲਾ ਹੋਣ ਵਿੱਚ ਹੈ, ਨਾ ਮੇਰੀ ਮੈਂ ਹਿੰਦੀ ਹੋਣ ਵਿੱਚ ਹੈ ਅਤੇ ਨਾ ਹੀ ਨਗੌਰ ਸ਼ਹਿਰ ਦਾ ਰਹਿਣ ਵਾਲਾ ਹੋਣ ਵਿੱਚ ਹੈ। ਨਾ ਮੇਰੀ ਮੈਂ ਹਿੰਦੂ ਹੋਣ ਵਿੱਚ, ਨਾ ਪਸ਼ੌਰੀ ਤੁਰਕ ਹੋਣ ਵਿੱਚ ਅਤੇ ਨਾ ਹੀ ਨਦੌਣ ਦੇ ਸੂਫੀ ਤਕੀਏ ਨਾਲ ਸੰਬੰਧ ਰੱਖਣ ਵਿੱਚ ਹੈ। ਇਸ ਤਰ੍ਹਾਂ ਮੈਂ ਨਹੀਂ ਜਾਣਦਾ ਕਿ ਮੇਰੀ ਮੈਂ ਕੀ ਹੈ। ਨਾ ਮੈਂ ਭੇਦ ਮਜ਼ਹਬ ਦਾ ਪਾਇਆ, ਨਾ ਮੈਂ ਆਦਮ ਹਵਾ ਜਾਇਆ, ਨਾ ਮੈਂ ਆਪਣਾ ਨਾਮ ਧਰਾਇਆ, ਨਾ ਵਿੱਚ ਬੈਠਣ ਨਾ ਵਿੱਚ ਪਾਉਣ, ਬੁੱਲਾ ਕੀ ਜਾਣਾ ਮੈਂ ਕੌਣ। ਆਦਮ ਹਵਾ ਦਾ ਅਰਥ ਹੈ ਸੰਸਾਰ ਦੇ ਪਹਿਲੇ ਆਦਮੀ ਤੇ ਤੀਵੀ, ਜਿਨ੍ਹਾਂ ਨੂੰ ਰੱਬ ਨੇ ਆਪਣੇ ਸਵਰਗ ਵਿੱਚੋਂ ਕੱਢ ਕੇ ਧਰਤੀ ਤੇ ਸੁੱਟ ਦਿੱਤਾ ਸੀ ਤੇ ਕਿਹਾ ਜਾਂਦਾ ਹੈ ਕਿ ਉਹ ਦੋਹਾਂ ਦੀ ਔਲਾਦ ਇਹ ਸਾਰੀ ਸ੍ਰਿਸ਼ਟੀ ਹੈ। ਨਾ ਵਿੱਚ ਬੈਠਣ ਨਾ ਵਿੱਚ ਪਾਉਣ ਦਾ ਅਰਥ ਹੈ ਫਕੀਰ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਡੇਰਾ ਲਾ ਕੇ ਬੈਠਣ ਵਾਲੇ ਜਿਨ੍ਹਾਂ ਨੂੰ ਕੁਟੀਚਰ ਕਿਹਾ ਜਾਂਦਾ ਹੈ ਅਤੇ ਦੂਸਰੇ ਥਾਂ ਥਾਂ ਘੁੰਮਣ ਵਾਲੇ ਜਿਨ੍ਹਾਂ ਨੂੰ ਜੰਗਮ ਕਿਹਾ ਜਾਂਦਾ ਹੈ। ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਮੇਰੀ ਮੈਂ ਧਰਮ ਦਾ ਭੇਤ ਪਾਉਣ ਵਿੱਚ ਨਹੀਂ, ਕਿਉਂਕਿ ਮੈਂ ਇਸ ਉੱਚੀ ਅਵਸਥਾ ਤੇ ਨਹੀਂ ਪੁੱਜਿਆ। ਤੇ ਕੀ ਕਹਿੰਦੇ ਹਨ ਬੁੱਲੇ ਸ਼ਾਹ ਜੀ, ਮੇਰੀ ਮੈਂ ਬਾਬੇ ਆਦਮ ਤੇ ਮਾਈ ਹਵਾ ਦਾ ਪੁੱਤਰ ਹੋਣ ਵਿੱਚ ਵੀ ਨਹੀਂ, ਨਾ ਮੇਰੀ ਮੈਂ ਇਸ ਸੰਸਾਰ ਵਿੱਚ ਆਪਣਾ ਵੱਡਾ ਨਾਂ ਧਰਾਉਣ ਵਿੱਚ ਹੈ। ਮੇਰੀ ਮੈਂ ਨਾ ਇੱਕ ਥਾਂ ਡੇਰਾ ਲਾਉਣ ਵਾਲੇ ਫਕੀਰਾਂ ਵਿੱਚ ਹੈ ਅਤੇ ਨਾ ਹੀ ਘੁੰਮਣ ਵਾਲਿਆਂ ਵਿੱਚੋਂ ਹੈ। ਮੈਂ ਨਹੀਂ ਜਾਣਦਾ ਕਿ ਮੇਰੀ ਮੈਂ ਕੀ ਹੈ। ਅਵਲ ਆਖਰ ਆਪ ਨੂੰ ਜਾਣਾ, ਨਾ ਕੋਈ ਦੂਜਾ ਹੋਰ ਪਛਾਣਾ, ਮੇਥੋਂ ਹੋਰ ਨਾ ਕੋਈ ਸਿਆਣਾ, ਬੁੱਲਾ ਸ਼ਾਹ ਖੜਾ ਹੈ ਕੌਣ, ਬੁੱਲਾ ਕੀ ਜਾਣਾ ਮੈਂ ਕੌਣ। ਅਵਲ ਆਖਰ ਦਾ ਅਰਥ ਹੈ ਸ਼ੁਰੂ ਤੋਂ ਅਖੀਰ ਤੱਕ। ਸਿਆਣਾ ਸ਼ਬਦ ਦਾ ਅਰਥ ਹੈ ਪਛਾਣਾ। ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਹੇ ਪ੍ਰਭੂ, ਮੇਰੀ ਮੈਂ ਕਿਸੇ ਸਥਿਤੀ ਵਿੱਚ ਵੀ ਮੌਜੂਦ ਨਹੀਂ। ਮੈਂ ਸ਼ੁਰੂ ਤੋਂ ਅੰਤ ਤੱਕ ਇੱਕ ਤੈਨੂੰ ਹੀ ਜਾਣਦਾ ਹਾਂ ਤੇ ਤੇਥੋਂ ਬਿਨਾਂ ਮੈਂ ਕਿਸੇ ਹੋਰ ਨੂੰ ਨਹੀਂ ਪਛਾਣਦਾ। ਮੇਥੋਂ ਤੇਰੇ ਬਿਨਾਂ ਕਿਸੇ ਹੋਰ ਦੀ ਪਛਾਣ ਹੀ ਨਹੀਂ ਹੁੰਦੀ ਤੇ ਬੁੱਲੇ ਸ਼ਾਹ ਦੀ ਹਸਤੀ ਤੇਰੇ ਸਾਹਮਣੇ ਕੁਝ ਵੀ ਨਹੀਂ। ਮੈਂ ਨਹੀਂ ਜਾਣਦਾ ਕਿ ਮੇਰੀ ਮੈਂ ਕੀ ਹੈ। ਮੇਰੀ ਮੈਂ ਅਸਲ ਵਿੱਚ ਤੂੰ ਹੀ ਹੈ। ਇਹ ਸੀ ਬੁੱਲੇ ਸ਼ਾਹ ਦੀ ਕਾਫੀ ਬੁੱਲਾ ਕੀ ਜਾਣਾ ਮੈਂ ਕੌਣ। ਇਸ ਕਾਫੀ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਸੂਫੀ ਰਹੱਸਵਾਦੀ ਅਨੁਭਵ ਰਾਹੀਂ ਰੱਬ ਨਾਲ ਇੱਕ ਮਿਕਤਾ ਨੂੰ ਪ੍ਰਾਪਤ ਕਰਕੇ ਮਨੁੱਖ ਦੀ ਆਪਣੀ ਮੈਂ ਦੀ ਕਿਸੇ ਸਥਿਤੀ ਵਿੱਚ ਵੀ ਕੋਈ ਹੋਂਦ ਨਹੀਂ ਰਹਿੰਦੀ ਅਤੇ ਉਸ ਨੂੰ ਆਪਣੀ ਮੈਂ ਸਮੇਤ ਸਾਰਾ ਸੰਸਾਰ ਰੱਬ ਦਾ ਰੂਪ ਹੀ ਦਿਖਾਈ ਦਿੰਦਾ ਹੈ। ਬੁੱਲੇ ਸ਼ਾਹ ਜੀ ਦੀ ਅਗਲੀ
ਕਾਫੀ ਦਾ ਨਾਂ ਹੈ ਇਸ਼ਕ ਦੀ ਨਵੀਓਂ ਨਵੀਂ ਬਹਾਰ। ਫੂਕ ਮੁਸੱਲਾ ਪੰਨ ਸਿੱਟ ਲੋਟਾ, ਨਾ ਫੜ ਤਸਬੀ ਕਾਸਾ ਸੋਟਾ, ਆਲਿਮ ਕਹਿੰਦਾ ਦੇ ਦੇ ਹੋਕਾ, ਤਰਕ ਹਲਾਲੋਂ ਖਾ ਮੁਰਦਾਰ, ਇਸ਼ਕ ਦੀ ਨਵੀਓਂ ਨਵੀਂ ਬਹਾਰ। ਬੁੱਲੇ ਸ਼ਾਹ ਜੀ ਆਖਦੇ ਹਨ ਕਿ ਸੱਫ ਨੂੰ ਫੂਕ ਦਿਓ ਅਤੇ ਲੋਟੇ ਨੂੰ ਭੰਨ ਦਿਓ। ਫਕੀਰੀ ਦੇ ਚਿੰਨ੍ਹਾਂ ਮਾਲਾ, ਕਚਕੌਲ ਤੇ ਸੋਟਾ ਆਦਿ ਫੜਨ ਦੀ ਵੀ ਜ਼ਰੂਰਤ ਨਹੀਂ। ਰੱਬੀ ਗਿਆਨ ਦਾ ਜਾਣਕਾਰ ਆਖਦਾ ਹੈ ਕਿ ਸਾਰੇ ਸੰਸਾਰ ਵਿੱਚ ਇਹਨਾਂ ਵਿਚਾਰਾਂ ਦਾ ਹੋਕਾ ਦੇ ਦੇਵੋ ਕਿ ਹਲਾਲ ਜਾਂ ਹਰਾਮ ਦੇ ਝਗੜੇ ਵਿੱਚ ਨਾ ਪਵੋ। ਰੱਬੀ ਇਸ਼ਕ ਦੀ ਬਹਾਰ ਨਵੀਓਂ ਨਵੀਂ ਹੈ, ਅਰਥਾਤ ਰੱਬ ਦੇ ਆਸ਼ਕ ਬੰਧਨਾਂ ਦੀ ਪਰਵਾਹ ਨਹੀਂ ਕਰਦੇ ਅਤੇ ਉਹ ਉੱਚੀ ਅਵਸਥਾ ਦੇ ਵਿੱਚ ਵਿਚਰਦੇ ਹਨ। ਉਮਰ ਗਵਾਈ ਵਿੱਚ ਮਸੀਤੀ, ਅੰਦਰ ਭਰਿਆ ਨਾਲ ਪਲੀਤੀ, ਕਦੇ ਨਮਾਜ਼ ਵਹਿਦਤ ਨਾ ਕੀਤੀ, ਹੁਣ ਕਿਉਂ ਕਰਨਾ ਏ ਧਾੜੋ ਧਾੜ, ਇਸ਼ਕ ਦੀ ਨਵੀਓਂ ਨਵੀਂ ਬਹਾਰ। ਬੁੱਲੇ ਸ਼ਾਹ ਜੀ ਆਖਦੇ ਹਨ ਕਿ ਬੰਦਾ ਸਾਰੀ ਉਮਰ ਪਵਿੱਤਰ ਮਸੀਤ ਵਿੱਚ ਗੁਜ਼ਾਰਦਾ ਹੈ, ਪਰ ਨੇਕ ਅਮਲ ਨਾ ਕਰਨ ਕਰਕੇ ਉਸ ਦਾ ਅੰਦਰ ਗੁਨਾਹਾਂ ਦੀ ਅਪਵਿੱਤਰਤਾ ਨਾਲ ਭਰਿਆ ਹੁੰਦਾ ਹੈ। ਉਹ ਕਦੇ ਸੱਚੇ ਦਿਲੋਂ ਰੱਬ ਦੀ ਬੰਦਗੀ ਨਹੀਂ ਕਰਦਾ, ਪਰ ਪਿੱਛੋਂ ਉਸ ਨੂੰ ਹਫੜਾ ਦਫੜੀ ਪੈਂਦੀ ਹੈ। ਰੱਬੀ ਇਸ਼ਕ ਦੀ ਬਹਾਰ ਨਵੀਓਂ ਨਵੀਂ ਹੈ। ਰੱਬੀ ਆਸ਼ਕ ਅਜਿਹੇ ਦਿਖਾਵੇ ਨਹੀਂ ਕਰਦੇ, ਸਗੋਂ ਉਹ ਇਸ਼ਕ ਤੋਂ ਪ੍ਰਾਪਤ ਹੋਣ ਵਾਲੀ ਰੱਬੀ ਇਕਮਿਕਤਾ ਦੀ ਬਹਾਰ ਨੂੰ ਮਾਣਦੇ ਹਨ। ਜਾਂ ਮੈਂ ਸਬਕ ਇਸ਼ਕ ਦਾ ਪੜ੍ਹਿਆ, ਮਸਜਿਦ ਕੋਲੋਂ ਜਿਉੜਾ ਡਰਿਆ, ਭੱਜ ਭੱਜ ਠਾਕਰ ਦੁਆਰੇ ਵੜਿਆ, ਘਰ ਵਿੱਚ ਪਾਇਆ ਮਹਿਰਮ ਯਾਰ, ਇਸ਼ਕ ਦੀ ਨਵੀਓਂ ਨਵੀਂ ਬਹਾਰ। ਜਿਉੜਾ ਸ਼ਬਦ ਦਾ ਅਰਥ ਹੈ ਦਿਲ ਜਾਂ ਮਨ। ਮਹਿਰਮ ਯਾਰ ਸ਼ਬਦ ਦਾ ਅਰਥ ਹੈ ਪਿਆਰਾ। ਬੁੱਲੇ ਸ਼ਾਹ ਜੀ ਆਖਦੇ ਹਨ ਕਿ ਜਦੋਂ ਮੈਂ ਆਪਣੇ ਮੁਰਸ਼ਿਦ ਪਾਸੋਂ ਰੱਬੀ ਇਸ਼ਕ ਦਾ ਸਬਕ ਲਿਆ ਤਾਂ ਮੇਰਾ ਦਿਲ ਡਰਨ ਲੱਗ ਪਿਆ ਅਤੇ ਉਹ ਭੱਜ ਕੇ ਠਾਕੁਰ ਦੁਆਰੇ ਵਿੱਚ ਜਾ ਵੜਿਆ, ਪਰੰਤੂ ਰੱਬ ਉੱਥੇ ਵੀ ਨਹੀਂ ਸੀ। ਅਸਲ ਵਿੱਚ ਉਹ ਮੇਰੇ ਆਪਣੇ ਹਿਰਦੇ ਘਰ ਵਿੱਚ ਵਸਦਾ ਹੈ। ਰੱਬੀ ਆਸ਼ਕਾਂ ਨੂੰ ਰੱਬ ਆਪਣੇ ਹਿਰਦੇ ਵਿੱਚੋਂ ਹੀ ਮਿਲਦਾ ਹੈ। ਜਾਂ ਮੈਂ ਰਮਜ ਇਸ਼ਕ ਦੀ ਪਾਈ, ਮੈਨਾ ਤੂਤੀ ਮਾਰ ਗਵਾਈ, ਅੰਦਰ ਬਾਹਰ ਹੋਈ ਸਫਾਈ, ਜਿੱਤ ਵੱਲ ਵੇਖਾਂ ਯਾਰੋ ਯਾਰ, ਇਸ਼ਕ ਦੀ ਨਵੀਓਂ ਨਵੀਂ ਬਹਾਰ। ਰਮਜ ਸ਼ਬਦ ਦਾ ਅਰਥ ਹੈ ਭੇਤ ਜਾਂ ਰਾਜ। ਮੈਨਾ ਤੂਤੀ ਦਾ ਅਰਥ ਹੈ ਤੂੰ ਤੂੰ ਮੈਂ ਦਾ ਭੇਤ, ਜਿਸ ਨੂੰ ਅਸੀਂ ਹੰਕਾਰ ਵੀ ਕਹਿ ਸਕਦੇ ਹਾਂ। ਬੁੱਲੇ ਸ਼ਾਹ ਜੀ ਆਖਦੇ ਹਨ ਕਿ ਜਦੋਂ ਮੈਂ ਆਪਣੇ ਮੁਰਸ਼ਿਦ ਦੀ ਸਿੱਖਿਆ ਨਾਲ ਰੱਬੀ ਇਸ਼ਕ ਦਾ ਭੇਤ ਪਾ ਲਿਆ ਤਾਂ ਮੇਰੇ ਅੰਦਰੋਂ ਹਉਮੈ ਖਤਮ ਹੋ ਗਈ ਅਤੇ ਮੇਰੇ ਵਿੱਚ ਅਤੇ ਪਰਮਾਤਮਾ ਵਿੱਚ ਮੇਰਾ ਤੇਰਾ ਕੋਈ ਫਰਕ ਨਾ ਰਿਹਾ, ਅਰਥਾਤ ਉਹ ਤੇ ਮੈਂ ਇੱਕਮਿਕ ਹੋ ਗਏ। ਮੇਰੇ ਅੰਦਰ ਬਾਹਰ ਦੀ ਸਫਾਈ ਹੋ ਗਈ, ਮੇਰੇ ਸਾਰੇ ਭੁਲੇਖੇ ਨਿਕਲ ਗਏ। ਹੁਣ ਮੈਂ ਜਿੱਧਰ ਵੀ ਦੇਖਦਾ ਹਾਂ ਮੈਨੂੰ ਹਰ ਪਾਸੇ ਵੱਲ ਹੀ ਆਪਣਾ ਯਾਰ ਰੱਬ ਦਿਖਾਈ ਦਿੰਦਾ ਹੈ। ਇਸ ਪ੍ਰਕਾਰ ਰੱਬੀ ਇਸ਼ਕ ਦੀ ਬਹਾਰ ਨਵੀਓਂ ਨਵੀਂ ਹੈ। ਇਸ ਨੂੰ ਧਾਰਨ ਕਰਕੇ ਰੱਬੀ ਆਸ਼ਕ ਅਦਵੈਤਵਾਦ ਦੇ ਦਰਜੇ ਤੇ ਪਹੁੰਚ ਜਾਂਦੇ ਹਨ। ਹੀਰ ਰਾਂਝੇ ਦੇ ਹੋ ਗਏ ਮੇਲੇ, ਭੁੱਲੀ ਹੀਰ ਟੁਟੇਂਦੀ ਬੇਲੇ, ਰਾਂਝਣ ਯਾਰ ਬੁੱਕਲ ਵਿੱਚ ਖੇਲੇ, ਮੈਨੂੰ ਸੁੱਧ ਰਹੀ ਨਾ ਸਾਰ, ਇਸ਼ਕ ਦੀ ਨਵੀਓਂ ਨਵੀਂ ਬਹਾਰ। ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਮੁਰਸ਼ਿਦ ਪਾਸੋਂ ਪ੍ਰਭੂ ਦਾ ਗਿਆਨ ਹਾਸਲ ਹੋਣ ਨਾਲ ਮੇਰਾ ਆਪਣੇ ਪਿਆਰੇ ਪ੍ਰਭੂ ਨਾਲ ਇਸ ਤਰ੍ਹਾਂ ਮਿਲਾਪ ਹੋ ਗਿਆ ਜਿਸ ਤਰ੍ਹਾਂ
ਰਾਂਝੇ ਅਤੇ ਹੀਰ ਦਾ ਮਿਲਾਪ ਹੋ ਗਿਆ ਹੋਵੇ। ਇਸ ਸਥਿਤੀ ਤੇ ਪਹੁੰਚਣ ਤੋਂ ਪਹਿਲਾਂ ਮੇਰੀ ਸਥਿਤੀ ਹੀਰ ਵਰਗੀ ਸੀ, ਜੋ ਕਿ ਭੁੱਲੀ ਭਟਕੀ ਰਾਂਝੇ ਨੂੰ ਜੰਗਲਾਂ ਵਿੱਚ ਢੂੰਡਦੀ ਸੀ, ਲੱਭਦੀ ਸੀ, ਪਰ ਰਾਂਝਾ ਤਾਂ ਉਸ ਦੀ ਬਗਲ ਵਿੱਚ ਨੇੜੇ ਹੀ ਖੇਡਦਾ ਸੀ। ਪਰ ਉਸ ਨੂੰ ਉਸ ਦੀ ਕੋਈ ਸੁੱਧ ਬੁੱਧ ਹੀ ਨਹੀਂ ਸੀ। ਇਸ਼ਕ ਦੁਆਰਾ ਆਪਣੇ ਪ੍ਰੀਤਮ ਨੂੰ ਪਾ ਕੇ ਰੱਬੀ ਆਸ਼ਿਕ ਇਸ਼ਕ ਦੀ ਨਵੀਂ ਬਹਾਰ ਦਾ ਆਨੰਦ ਮਾਣਦੇ ਹਨ। ਵੇਦ ਕੁਰਾਨਾਂ ਪੜ੍ਹ ਪੜ੍ਹ ਥੱਕੇ, ਸਿਜਦੇ ਕਰਦਿਆਂ ਘਸ ਗਏ ਮੱਥੇ, ਨਾ ਰੱਬ ਤੀਰਥ ਨਾ ਰੱਬ ਮੱਕੇ, ਜਿਨ ਪਾਇਆ ਤਿਨ ਨੂਰ ਅਨਵਾਰ, ਇਸ਼ਕ ਦੀ ਨਵੀਓਂ ਨਵੀਂ ਬਹਾਰ। ਇਸ ਕਾਫੀ ਵਿੱਚ ਬੁੱਲੇ ਸ਼ਾਹ ਨੇ ਆਪਣੇ ਸੂਫੀ ਵਿਚਾਰਾਂ ਅਨੁਸਾਰ ਕਰਮ ਕਾਂਡ ਦਾ ਖੰਡਨ ਕੀਤਾ ਹੈ। ਬੁੱਲੇ ਸ਼ਾਹ ਜੀ ਆਖਦੇ ਹਨ ਕਿ ਧਾਰਮਿਕ ਕਰਮ ਕਾਂਡੀ ਵੇਦਾਂ ਅਤੇ ਕੁਰਾਨਾਂ ਨੂੰ ਪੜ੍ਹ ਪੜ੍ਹ ਕੇ ਥੱਕ ਗਏ ਹਨ ਅਤੇ ਮੰਦਰਾਂ ਅਤੇ ਮਸੀਤਾਂ ਵਿੱਚ ਸਿਜਦੇ ਕਰਦਿਆਂ ਉਹਨਾਂ ਦੇ ਮੱਥੇ ਵੀ ਘਸ ਗਏ ਹਨ, ਪਰ ਉਹਨਾਂ ਦਾ ਜੀਵਨ ਨੇਕ ਨਾ ਹੋਣ ਕਰਕੇ ਉਹਨਾਂ ਨੂੰ ਰੱਬ ਨਾ ਤੀਰਥਾਂ ਵਿੱਚ ਮਿਲਦਾ ਹੈ ਅਤੇ ਨਾ ਹੀ ਉਹਨਾਂ ਨੂੰ ਰੱਬ ਮੱਕੇ ਵਿੱਚ ਮਿਲਦਾ ਹੈ। ਜਿਹੜਾ ਇਸ਼ਕ ਦੁਆਰਾ ਉਸ ਨੂੰ ਪਾ ਲੈਂਦਾ ਹੈ, ਉਹ ਉਸ ਦੇ ਨੂਰ ਨਾਲ ਇਕਮਿਕ ਹੋ ਜਾਂਦਾ ਹੈ। ਰੱਬ ਦੇ ਆਸ਼ਿਕ ਇਸ਼ਕ ਦੁਆਰਾ ਉਸ ਨਾਲ ਇਕਮਿਕ ਹੋ ਕੇ ਨਵੀਂ ਬਹਾਰ ਦਾ ਆਨੰਦ ਮਾਣਦੇ ਹਨ। ਇਸ਼ਕ ਭੁਲਾਇਆ ਸਿਜਦਾ ਤੇਰਾ, ਹੁਣ ਕਿਉਂ ਐਵੇਂ ਪਾਵੇਂ ਝੇੜਾ, ਬੁੱਲਾ ਹੋ ਰੋ ਚੁੱਪ ਚੁਪੇੜਾ, ਚੱਕੀ ਸਗਲੀ ਕੂਕ ਪੁਕਾਰ, ਇਸ਼ਕ ਦੀ ਨਵੀਓਂ ਨਵੀਂ ਬਹਾਰ। ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਹੇ ਰੱਬਾ, ਤੇਰੇ ਇਸ਼ਕ ਨੇ ਮੈਨੂੰ ਕਰਮ ਕਾਂਡੀਆਂ ਵਾਂਗ ਸਿਜਦਾ ਕਰਨਾ ਭੁਲਾ ਦਿੱਤਾ ਹੈ। ਜਦੋਂ ਮੈਂ ਤੇਰੇ ਨਾਲ ਅਭੇਦ ਹੋ ਗਿਆ ਹਾਂ ਤਾਂ ਮੈਨੂੰ ਕਿਸੇ ਹੋਰ ਝਗੜੇ ਵਿੱਚ ਪੈਣ ਦੀ ਜ਼ਰੂਰਤ ਨਹੀਂ ਰਹੀ। ਹੁਣ ਮੈਨੂੰ ਚੁੱਪ ਕਰਕੇ ਬੈਠਣਾ ਚਾਹੀਦਾ ਹੈ। ਹੁਣ ਮੇਰੀ ਸਾਰੀ ਕੂਕ ਪੁਕਾਰ ਖਤਮ ਹੋ ਗਈ ਹੈ, ਕਿਉਂਕਿ ਮੈਨੂੰ ਪਤਾ ਲੱਗ ਚੁੱਕਾ ਹੈ ਕਿ ਰੱਬ ਤਾਂ ਮੇਰੇ ਅੰਦਰ ਹੀ ਵਸਦਾ ਹੈ। ਇਸ ਤਰ੍ਹਾਂ ਮੈਂ ਰੱਬੀ ਇਸ਼ਕ ਦੀ ਨਵੀਂ ਬਹਾਰ ਦਾ ਆਨੰਦ ਮਾਣ ਰਿਹਾ ਹਾਂ। ਇਹ ਸੀ ਬੁੱਲੇ ਸ਼ਾਹ ਦੀ ਕਾਫੀ ਇਸ਼ਕ ਦੀ ਨਵੀਓਂ ਨਵੀਂ ਬਹਾਰ। ਇਸ ਕਾਫੀ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਸੂਫੀ ਫਕੀਰ ਕਰਮ ਕਾਂਡ ਤੋਂ ਦੂਰ ਰਹਿੰਦਾ ਹੈ ਅਤੇ ਰੱਬ ਨਾਲ ਪਿਆਰ ਪਾ ਕੇ ਉਸ ਦੇ ਇਸ਼ਕ ਦੀ ਨਵੀਂ ਬਹਾਰ ਦਾ ਆਨੰਦ ਮਾਣਦਾ ਹੋਇਆ ਉਸ ਨਾਲ ਇਕਮਿਕ ਹੋ ਜਾਂਦਾ ਹੈ। ਬੁੱਲੇ ਸ਼ਾਹ ਜੀ ਦੀ ਅਗਲੀ ਕਾਫੀ ਦਾ ਨਾਂ ਹੈ ਤੇਰਾ ਨਾਮ ਧਿਆਈ ਦਾ ਸਾਈਂ। ਤੇਰਾ ਨਾਮ ਧਿਆਈ ਦਾ ਸਾਈਂ, ਤੇਰਾ ਨਾਮ ਧਿਆਈ ਦਾ, ਬੁੱਲੇ ਨਾਲੋਂ ਚੁੱਲ੍ਹਾ ਚੰਗਾ, ਜਿਸ ਪਰ ਤਾਮ ਪਕਾਈ ਦਾ, ਰਲ ਫਕੀਰਾਂ ਮਜਲਸ ਕੀਤੀ, ਭੋਰਾ ਭੋਰਾ ਖਾਈ ਦਾ। ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਹੇ ਪ੍ਰਭੂ, ਮੈਂ ਕੇਵਲ ਤੇਰੇ ਨਾਮ ਦਾ ਹੀ ਸਿਮਰਨ ਕਰਦਾ ਹਾਂ। ਮੈਂ ਤਾਂ ਇੱਕ ਬੜੀ ਨਿਕਾਰੀ ਜਿਹੀ ਚੀਜ਼ ਹਾਂ। ਮੇਰੇ ਨਾਲੋਂ ਤਾਂ ਚੁੱਲ੍ਹਾ ਹੀ ਚੰਗਾ ਹੈ, ਜਿਸ ਉੱਪਰ ਰੋਟੀ ਪਕਾਈ ਜਾਂਦੀ ਹੈ ਅਤੇ ਫਕੀਰ ਲੋਕ ਇੱਕ ਦੂਜੇ ਦੀ ਸੰਗਤ ਵਿੱਚ ਬੈਠ ਕੇ ਭੋਰਾ ਭੋਰਾ ਖਾ ਕੇ ਆਪਣੇ ਢਿੱਡ ਨੂੰ, ਆਪਣੇ ਪੇਟ ਨੂੰ ਆਸਰਾ ਦਿੰਦੇ ਹਨ। ਰੰਗੜ ਨਾਲੋਂ ਖਿੰਗਰ ਚੰਗਾ, ਜਿਸ ਪਰ ਪੈਰ ਘਸਾਈ ਦਾ, ਬੁੱਲਾ ਸ਼ੋ ਨੂੰ ਸੋਈ ਪਾਵੇ, ਜੋ ਬੱਕਰਾ ਬਣੇ ਕਸਾਈ ਦਾ। ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਮੈਂ ਤਾਂ ਕਿਸੇ ਦੇ ਇੰਨਾ ਕੁ ਵੀ ਕੰਮ ਆਉਣ ਜੋਗਾ ਨਹੀਂ। ਮੇਰੇ ਵਿੱਚ ਰੰਗੜ ਵਾਲੀ ਹਉਮੈ ਵੀ ਨਹੀਂ, ਕਿਉਂਕਿ ਮੈਂ ਰੰਗੜ ਨਾਲੋਂ ਸੜੀ ਹੋਈ ਇੱਟ ਦੇ ਖਿੰਗਰ ਨੂੰ ਚੰਗਾ ਸਮਝਦਾ ਹਾਂ, ਜਿਸ ਉੱਤੇ ਪੈਰਾਂ ਨੂੰ ਘਸਾ ਕੇ ਸਾਫ਼ ਕੀਤਾ ਜਾਂਦਾ ਹੈ।
ਅਸਲ ਵਿੱਚ ਹਉਮੈ ਵਾਲਾ ਬੰਦਾ ਰੱਬ ਨੂੰ ਪਾ ਨਹੀਂ ਸਕਦਾ। ਰੱਬ ਨੂੰ ਉਹ ਹੀ ਪਾ ਸਕਦਾ ਹੈ ਜੋ ਕਸਾਈ ਦੇ ਬੱਕਰੇ ਵਾਂਗ ਕੁਰਬਾਨੀ ਦੇਣ ਲਈ ਤਿਆਰ ਹੋ ਜਾਵੇ। ਇਹ ਸੀ ਬੁੱਲੇ ਸ਼ਾਹ ਦੀ ਕਾਫੀ ਤੇਰਾ ਨਾਮ ਧਿਆਈ ਦਾ ਸਾਈਂ। ਤੇਰਾ ਨਾਮ ਧਿਆਈ ਦਾ ਸਾਈਂ ਕਾਫੀ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਮਨੁੱਖ ਨੂੰ ਪਰਮਾਤਮਾ ਦਾ ਨਾਮ ਧਿਆਉਣਾ ਚਾਹੀਦਾ ਹੈ ਅਤੇ ਨਿਰਮਾਣਤਾ ਨੂੰ ਧਾਰਨ ਕਰਕੇ ਰੱਖਣਾ ਚਾਹੀਦਾ ਹੈ। ਇਸ਼ਕ ਵਿੱਚ ਜਾਨ ਦੀ ਬਾਜੀ ਲਾ ਕੇ ਹੀ ਮਨੁੱਖ ਪਰਮਾਤਮਾ ਨੂੰ ਪਾ ਸਕਦਾ ਹੈ। ਸੋ ਇਹ ਸਨ 10ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪੇਪਰ ਏ ਵਿੱਚ ਸ਼ਾਮਿਲ ਸੂਫੀ ਕਾਵਿ ਦੇ ਕਵੀ ਸਾਈਂ ਬੁੱਲੇ ਸ਼ਾਹ ਦੀਆਂ ਕਾਫੀਆਂ, ਜਿਨ੍ਹਾਂ ਵਿੱਚ ਵਲਵਲਾ, ਰਾਗ, ਮਿਠਾਸ ਅਤੇ ਮਸਤੀ ਹੈ। ਕਿਉਂਕਿ ਬੁੱਲੇ ਸ਼ਾਹ ਬਹੁਤ ਭਗਤੀ ਵਾਲੇ ਅਤੇ ਮਸਤੀ ਵਾਲੇ ਸੂਫੀ ਫਕੀਰ ਸਨ। ਆਪ ਦੀ ਫਕੀਰੀ ਨੇ ਹੀ ਆਪ ਨੂੰ ਕਵੀ ਬਣਾਇਆ ਸੀ। ਆਪ ਜੀ ਦੀਆਂ ਰਚਨਾਵਾਂ ਵਿੱਚ ਸੋਚ, ਤੜਪ, ਬਿਰਹਾ, ਹੂਕ ਅਤੇ ਵੈਰਾਗ ਹੈ। ਰਚਨਾਵਾਂ ਵਿੱਚ ਪੰਜਾਬੀ ਮੁਹਾਵਰਿਆਂ ਦਾ ਪ੍ਰਯੋਗ ਬੜੇ ਹੀ ਸੁੰਦਰ ਢੰਗ ਨਾਲ ਕੀਤਾ ਗਿਆ ਹੈ। ਬੁੱਲੇ ਸ਼ਾਹ ਜੀ ਨੇ ਮਨੁੱਖ ਨੂੰ ਰੱਬ ਦੀ ਭਗਤੀ ਵੱਲ ਲੱਗਣ ਅਤੇ ਸਦਾਚਾਰੀ ਜੀਵਨ ਜਿਉਣ ਦੀ ਪ੍ਰੇਰਨਾ ਦਿੱਤੀ ਹੈ। ਧੰਨਵਾਦ।